ਕਰਦੇ ਨੇ। ਜਿੰਨਾ ਰਾਸ ਨ ਸੱਚ ਹੈ, ਕਿਉਂ ਤਿਨਾ ਸੁਖ ਹੋਏ। ਖੋਟੈ ਵਣਜ ਵਣਜਿਆ, ਮਨ ਤਨ ਖੋਟਾ ਹੋਏ। ਫਾਕੀ ਫਾਥੇ ਮਿਰਗ ਜਿਉ, ਦੁਖ ਕਨੋ ਨਿਤ ਰੋਏ। ਸਾਹਿਬ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਇਹ ਬਖਸ਼ਿਸ਼ ਕਰਦੇ ਹਨ। ਜਿਨ੍ਹਾਂ ਰਾਸ ਨਾ ਸੱਚ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਰਸ ਨਹੀਂ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਨਹੀਂ, ਕਿਉਂ ਤਿੰਨਾ ਸੁਖ ਹੋਏ। ਸਤਿਗੁਰੂ ਜੀ ਕਹਿੰਦੇ ਹਨ ਉਹਨਾਂ ਨੂੰ ਫਿਰ ਕਦੀ ਵੀ ਸੁਖ ਨਹੀਂ ਮਿਲਦਾ, ਉਹ ਦੁਖੀ ਰਹਿੰਦੇ ਆ। ਜਿਨ੍ਹਾਂ ਦੇ ਹਿਰਦੇ 'ਚ ਕਰਤਾਰ ਦਾ ਰਸ ਨਹੀਂ ਹੈ, ਨਾਮ ਨਹੀਂ ਹੈ, ਔਰ ਜਿਨ੍ਹਾਂ ਦੇ ਹਿਰਦੇ 'ਚ ਸੱਚ ਨਹੀਂ, ਉਹਨਾਂ ਕੋਲ ਸੁਖ ਵੀ ਨਹੀਂ। ਸੁਖ ਹੀ ਉਹਨਾਂ ਕੋਲ ਹੈ ਜਿਨ੍ਹਾਂ ਦੇ ਹਿਰਦੇ 'ਚ ਪਰਿਪੂਰਨ ਪਰਮਾਤਮਾ ਦਾ ਨਾਮ ਹੈ, ਔਰ ਜਿਨ੍ਹਾਂ ਦੇ ਹਿਰਦੇ 'ਚ ਸੱਚ ਹੈ। ਕਿਉਂਕਿ ਸੱਚ ਬੋਲਣ ਵਾਲਾ ਕਦੀ ਡਰਦਾ ਨਹੀਂ, ਬੇਬਾਕ ਜ਼ਿੰਦਗੀ ਜਿੰਦਾ, ਬਿਨਾਂ ਝੋਰੇ ਤੋਂ, ਬਿਨਾਂ ਚਿੰਤਾ ਤੋਂ ਜ਼ਿੰਦਗੀ ਬਤੀਤ ਕਰਦਾ। ਜਿਨ੍ਹਾਂ ਦੇ ਹਿਰਦੇ 'ਚ ਝੂਠ ਹੈ ਉਹ ਪਲ ਪਲ ਡਰਦੇ ਨੇ, ਕਿਤੇ ਫੜੇ ਨਾ ਜਾਈਏ, ਪਕੜੇ ਨਾ ਜਾਈਏ, ਕਿਤੇ ਆ ਨਾ ਹੋ ਜੇ। ਇਸ ਕਰਕੇ ਉਹ ਡਰ ਡਰ ਕੇ ਜ਼ਿੰਦਗੀ ਬਤੀਤ ਕਰਦੇ। ਫੜੇ ਜਾਣ ਦਾ ਡਰ ਹੈ, ਝੂਠ ਫੜੇ ਜਾਣ ਦਾ ਡਰ ਹੈ, ਝੂਠ ਬੋਲਣ ਦਾ ਡਰ ਹੈ। ਪਰ ਸੱਚਾ ਬੰਦਾ ਬੇਬਾਕ ਜ਼ਿੰਦਗੀ ਜਿੰਦਾ ਹੈ। ਉਹਨੂੰ ਪਤਾ ਮੈਂ ਜਿੱਥੇ ਖੜਾ ਹਾਂ ਮੈਂ ਸੱਚ ਤੇ ਖੜਾ, ਮੇਰੀ ਜ਼ਿੰਦਗੀ 'ਚ ਝੂਠ ਨਹੀਂ ਹੈ, ਤੇ ਉਹਨੂੰ ਡਰ ਹੀ ਨਹੀਂ ਕਿਸੇ ਗੱਲ ਦਾ। ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟਾ। ਜਿਹੜੇ ਨਿਰਭਉ ਨੂੰ ਜਪਦੇ ਨੇ ਉਹਨਾਂ ਦਾ ਡਰ ਹੀ ਖਤਮ ਕਰ ਦਿੰਦਾ ਮੇਰਾ ਕਰਤਾਰ, ਮੇਰਾ ਸਹਿ। ਪਰ ਜਿਨ੍ਹਾਂ ਨੇ ਨਿਰਭਉ ਜਪਿਆ ਨਹੀਂ, ਤਾਂ ਸਤਿਗੁਰੂ ਜੀ ਕਹਿ ਰਹੇ ਉਹਨਾਂ ਦੀ ਜ਼ਿੰਦਗੀ 'ਚ ਰਸ ਨਹੀਂ ਹੈ। ਜੇ ਜ਼ਿੰਦਗੀ ਦੇ ਅੰਦਰ ਰਸ ਨਹੀਂ, ਸੱਚ ਨਹੀਂ, ਤੇ ਫਿਰ ਸੁਖ ਵੀ ਨਹੀਂ। ਸੁਖ ਵੀ ਉਹਨਾਂ ਦੀ ਜ਼ਿੰਦਗੀ 'ਚ ਹੈ ਜਿਨ੍ਹਾਂ ਨੇ ਕਰਤਾਰ ਦੇ ਨਾਮ ਨੂੰ ਜਪਿਆ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਸੰਬਰ ਏਕਾ, ਨਾਮ ਜਪਤ ਅਗਨੰਤ ਨੇ। ਜਿਨ੍ਹਾਂ ਸਿਮਰਿਆ ਉਹਨਾਂ ਦੀ ਜ਼ਿੰਦਗੀ 'ਚ ਸੁਖ ਆ ਗਿਆ, ਪਰ ਜਿਨ੍ਹਾਂ ਸਿਮਰਿਆ ਨਹੀਂ ਉਹ ਪਲ ਪਲ ਨਿਮਖ ਨਿਮਖ ਦੁਖੀ ਕਰ। ਉਹਨਾਂ ਦਾ ਟਾਈਮ ਦੁੱਖਾਂ ਵਿੱਚ ਬਤੀਤ ਹੋ ਰਿਹਾ। ਪਰ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸੁਖ ਆ ਗਿਆ, ਨਾਮ ਦਾ ਰਸ ਆ ਗਿਆ, ਉਹ ਬਹੁਤ ਸੁਖੀ ਕਰ। ਉਹਨਾਂ ਦੀ ਜ਼ਿੰਦਗੀ ਬਹੁਤ ਆਨੰਦਮਈ ਹੈ। ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜੈਸੇ ਬੁਝੀਆ। ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਕਾ, ਅੰਤਰ ਜਾਮੀ ਸੋਏ ਅਚਿੰਤਾ ਜਾਗ। ਅਚਿੰਤਾ ਜਹਾਂ ਕਹਾਂ ਪ੍ਰਭ, ਤੂੰ ਵਰਤੰਤਾ ਘਰ ਸੁਖ ਵਸਿਆ। ਬਾਹਰ ਸੁਖ ਪਾਇਆ ਕਹੂ ਨਾਨਕ ਗੁਰਮੰਤਰ, ਦਰੜਾਇਆ। ਉਹਨਾਂ ਦੀ ਜ਼ਿੰਦਗੀ 'ਚ ਸੁਖ ਹੀ ਸੁਖ ਹੈ। ਪਰ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਨਹੀਂ, ਸੱਚ ਨਹੀਂ, ਉਹ ਵਿਚਾਰੇ ਦੁਖੀ ਕਰ। ਉਹ ਦੁਖੀ ਕਰਨ, ਪੈਰ ਪੈਰ ਤੇ ਦੁਖੀ ਕਰ। ਸਤਿਗੁਰੂ ਜੀ ਅਗਲੀ ਗੱਲ ਕਰਦੇ। ਸਭ ਕਹਿੰਦੇ ਖੋਟਾ ਵਣਜ ਮਨੰਜਿਆ, ਮਨ ਤਨ ਖੋਟਾ ਹੋਏ। ਜੇ ਸਾਡਾ ਵਣਜ ਵਪਾਰ ਹੀ ਖੋਟਾ ਹੋਵੇ, ਖੋਟਾ ਵਣਜ ਮਨੰਜਿਆ, ਮਨ ਤਨ ਖੋਟਾ ਹੋਏ, ਸੁਭਾਵਿਕ ਹੈ।
ਜਿੱਦਾਂ ਦਾ ਵਪਾਰ ਤੁਸੀਂ ਕਰੋਗੇ ਨਾ ਉਦਾਂ ਦਾ ਤੁਹਾਡਾ ਮਨ ਤੇ ਤਨ ਹੋ ਜਾਏਗਾ। ਜਿੱਦਾਂ ਦਾ ਵਪਾਰ ਤੁਸੀਂ ਕਰੋ, ਜਿੱਦਾਂ ਦਾ ਕੰਮ ਤੁਸੀਂ ਕਰੋਗੇ, ਉਹੀ ਕੰਮ ਦਾ ਅਸਰ ਤੁਹਾਡੇ ਦਿਲ ਔਰ ਦਿਮਾਗ ਤੇ ਹੋਵੇਗਾ, ਸਰੀਰ ਦੇ ਉੱਪਰ ਵੀ ਹੋਵੇਗਾ। ਕਿਉਂਕਿ ਜੋ ਕੰਮ ਬੰਦਾ ਕਰ ਰਿਹਾ ਉਹ ਕੰਮ ਆਪਣੀ ਛਾਪ ਜ਼ਰੂਰ ਛੱਡਦਾ ਹੈ। ਜਿਹੜਾ ਕੰਮ ਬੰਦਾ ਕਰ ਰਿਹਾ ਨਾ, ਉਸ ਕੰਮ ਦੀ ਛਾਪ ਜ਼ਰੂਰ ਬੰਦੇ ਦੇ ਉੱਪਰ। ਇੱਕ ਦਿਹਾੜੀ ਕਰਨ ਵਾਲਾ, ਮਿਹਨਤ ਕਰਨ ਵਾਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦਾ ਹੈ, ਉਹਦੇ ਕੱਪੜੇ ਸਿਮਟ ਨਾਲ ਲਿਬੜੇ ਹੁੰਦੇ ਆ, ਤਨ ਦੇ ਉੱਪਰ ਵੀ ਅਸਰ ਹੁੰਦਾ। ਵੇਖੋ, ਉਹਦੇ ਕੱਪੜੇ ਸਿਮਟ ਨਾਲ, ਰੇਤਾ ਨਾਲ, ਗਾਰੇ ਨਾਲ ਲਿਬੜੇ ਹੋਣ। ਜਿਹੜਾ ਕੰਮ ਬੰਦਾ ਕਰਦਾ ਹੈ, ਜੇ ਕੋਈ ਬੰਦਾ ਕਵੇ ਨਾ ਵੀ ਤਨ ਦੇ ਉੱਪਰ ਤੇ ਮਨ ਦੇ ਉੱਪਰ ਕਿਵੇਂ, ਉਹਦੇ ਤਨ ਔਰ ਮਨ ਦੇ ਉੱਪਰ ਅਸਰ ਹੈ। ਇਹ ਤਨ ਦੇ ਉੱਪਰ ਅਸਰ ਹੈ ਕਿ ਉਹ ਬੰਦਾ ਜੋ ਕੰਮ ਕਰ ਰਿਹਾ ਉਹਦੇ ਨਾਲ ਉਹਦੇ ਕੱਪੜੇ ਲਿਬੜੇ। ਉਹਨੂੰ ਕਹਿਣਾ ਨਹੀਂ ਪੈ ਰਿਹਾ ਕਿ ਮੈਂ ਦਿਹਾੜੀਦਾਰ ਹਾਂ, ਉਹਦੇ ਕੱਪੜੇ ਦੱਸ ਰਹੇ ਨੇ ਇੱਕ ਮਜ਼ਦੂਰ ਹੈ, ਇੱਕ ਮਿਹਨਤ ਕਸ਼ ਆਦਮੀ ਹੈ, ਖੂਨ ਪਸੀਨੇ ਨਾਲ ਮਿਹਨਤ ਕਰਨ ਵਾਲਾ ਬੰਦਾ, ਕਿਉਂਕਿ ਉਹਦੇ ਕੱਪੜੇ ਦੱਸ ਰਹੇ। ਕੋਈ ਲਾਲਾ ਹੈ, ਸੋਹਣੇ ਕੱਪੜੇ ਪਾ ਕੇ ਆਪਣੀ ਦੁਕਾਨ ਤੇ ਬੈਠਾ, ਉਹਦੇ ਕੱਪੜੇ ਦੱਸ ਰਹੇ ਨੇ ਇਹ ਕੋਈ ਸੇਠ ਹੈ, ਕੋਈ ਧਨਾੜ ਹੈ। ਕੱਪੜਿਆਂ ਤੋਂ ਪਤਾ ਲੱਗਦਾ ਨਾ ਤਨ ਮਨ ਕਿਵੇਂ। ਮਨ ਦੇ ਉੱਪਰ ਵੀ ਅਸਰ ਹੈ, ਕਿਉਂਕਿ ਜੋ ਕੰਮ ਉਹਨੇ ਰਾਤ ਕੀਤਾ ਉਹ ਸਵੇਰੇ ਜਾ ਕੇ ਫਿਰ ਕਰਨਾ ਹੈ, ਔਰ ਸਾਰਾ ਦਿਨ ਔਰ ਸਾਰੀ ਰਾਤ ਉਹਦੇ ਮਨ ਦੇ ਉੱਪਰ ਉਹ ਕੰਮ ਅਸਰ ਕਰਦਾ। ਮਨ ਦੇ ਵਿੱਚ ਵੀ ਵਿਚਾਰੇ ਦੇਖੀ ਚੱਲ ਰਿਹਾ ਕਿ ਸਵੇਰੇ ਫਿਰ ਜਾ ਕੇ ਦਿਹਾੜੀ ਲਾਉਣੀ ਹੈ, ਸਵੇਰੇ ਜਾ ਕੇ ਫਿਰ ਕੰਮ ਕਰਨਾ ਹੈ। ਇਸ ਲਈ ਤਨ ਔਰ ਮਨ ਦੇ ਉੱਪਰ ਗਹਿਰਾ ਅਸਰ ਉਸ ਕੰਮ ਦਾ ਹੁੰਦਾ ਹੈ ਜਿਹੜਾ ਕੰਮ ਤੁਸੀਂ ਕਰ ਰਹੇ ਹੋ। ਕੋਈ ਵੀ ਕੰਮ, ਜਿਹੜਾ ਵੀ ਕੰਮ ਕਰ ਰਹੇ ਹੋ। ਇਸ ਲਈ ਸਤਿਗੁਰੂ ਜੀ ਸਮਝਾ ਰਹੇ ਨੇ, ਜਿਹੜੇ ਬੰਦੇ ਦਾ ਵਪਾਰ ਹੀ ਖੋਟਾ ਹੈ, ਖੋਟਾ ਵਣਜ ਮੁਨੰਜਿਆ। ਖੋਟੇ ਦੀ ਗੱਲ ਕਰਾਂ, ਖੋਟ ਦਾ ਅਰਥ ਕੀਤਾ ਡਾਕਟਰ ਰਤਨ ਸਿੰਘ ਜੱਗੀ ਹੋਰਾਂ ਨੇ। ਮੈਂ ਪੜ੍ਹ ਰਿਹਾ ਸੀ, ਡਾਕਟਰ ਰਤਨ ਸਿੰਘ ਜੱਗੀ, ਡਾਕਟਰ ਅਜੀਤ ਸਿੰਘ ਔਲਖ, 3-4 ਜਣਿਆਂ ਨੇ ਜਦੋਂ ਖੋਟ ਬਾਰੇ ਮੈਂ ਪੜ੍ਹਿਆ ਨਾ, ਵੀ ਖੋਟ ਦਾ ਮਤਲਬ ਬੁਰਾਈ, ਉਹ ਚੀਜ਼ ਜਿਹੜੀ ਕਿਸੇ ਖਜ਼ਾਨੇ ਵਿੱਚ ਨਹੀਂ ਪਾਈ ਜਾਂਦੀ। ਖੋਟ ਮਤਲਬ ਜਿਹਦੇ ਅੰਦਰ ਅਛਾਈ ਨਹੀਂ ਹੈ, ਚੰਗਿਆਈ ਨਹੀਂ, ਉਹਨੂੰ ਖੋਟ ਕਿਹਾ ਜਾਂਦਾ। ਖੋਟਾ ਰੁਪਈਆ ਜਿਹੜਾ ਹੈ ਦੁਕਾਨ ਤੇ ਲੈ ਕੇ ਜਾਓਗੇ ਨਹੀਂ ਚੱਲੇਗਾ, ਅਗਲਾ ਚੁੱਕ ਕੇ ਬਾਹਰ ਮਾਰੇਗਾ। ਤੇ ਜਿਹੜੇ ਬੰਦੇ ਵਪਾਰ ਹੀ ਖੋਟਾ ਕਰ ਰਹੇ, ਖੋਟਾ ਵਣਜ ਮੁਨੰਜਿਆ, ਖੋਟ ਦਾ ਵਪਾਰ ਜਿਹੜੇ ਕਰ ਰਹੇ ਨੇ, ਉਹਨਾਂ ਦਾ ਵਪਾਰ ਕਦੀ ਚੱਲੇਗਾ ਨਹੀਂ। ਜੈਸੋ ਸੇਵਾ ਤੈਸੋ ਹੋਵੇ, ਜਿਵੇਂ ਦਾ ਸੇਵਨਗੇ ਉਦਾਂ ਦੇ ਹੋ ਜਾਣ, ਉਦਾਂ ਦਾ ਉਹਨਾਂ ਦਾ ਸਿਸਟਮ ਬਣ ਜਾਏ। ਕਿਉਂਕਿ ਮੇਰੇ ਸਤਿਗੁਰੂ ਜੀ ਇਹ ਬਾਤ ਕਹਿ ਰਹੇ ਨੇ, ਤਨ ਮਨ ਖੋਟਾ ਕੋਈ, ਉਹਨਾਂ ਦਾ ਤਨ ਵੀ ਤੇ ਉਹਨਾਂ ਦਾ ਮਨ ਵੀ ਖੋਟਾ ਹੋ ਜਾਏਗਾ। ਜੇ ਖੋਟੇ ਦਾ ਵਣਜ ਕਰ ਰਹੇ ਹੋ ਤੇ ਫਿਰ ਤੁਹਾਡਾ ਤਨ ਔਰ ਮਨ ਵੀ ਖੋਟਾ ਹੋ ਜਾਏਗਾ। ਜੇ ਵਣਜ ਵਪਾਰ ਚੰਗਾ ਹੈ ਤੇ ਤਨ ਮਨ ਵੀ ਉਦਾਂ ਦਾ ਹੈ। ਇਸ ਲਈ ਖੋਟ ਦਾ ਵਪਾਰ ਕਰ ਰਹੇ ਤੇ ਖੋਟੇ ਕਦੀ ਵੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੇ। ਖੋਟਾ ਨਹੀਂ ਪ੍ਰਵਾਨ ਅੱਗੇ ਜਾ ਕੇ ਸਾਧ ਕਰਾਂਗਾ। ਸਤਿਗੁਰੂ ਜੀ ਇੱਥੋਂ ਤੱਕ ਗੁਰੂ ਨਾਨਕ ਸਾਹਿਬ ਦਾ ਹੀ ਫਰਮਾਨ ਹੈ। ਸਭ ਕਹਿੰਦੇ ਖੋਟ ਵੇ ਜੀਆ ਖੋਟ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ। ਸਤਿਗੁਰੂ ਜੀ ਕਹਿੰਦੇ ਖੋਟ ਵੇ ਜੀਆ ਖੋਟ, ਉਹਨਾਂ ਦਾ ਜੀਓ, ਉਹਨਾਂ ਦੀ ਜਿੰਦ ਵੀ ਖੋਟੀ ਹੋ ਗਈ, ਉਹਨਾਂ ਦਾ ਅੰਦਰਲਾ ਵੀ ਖੋਟਾ ਹੋ ਗਿਆ। ਤੇ ਖੋਟੇ ਕਦੀ ਵੀ ਜਿਹੜੇ ਚੱਲਦੇ ਨਹੀਂ। ਇਸ ਲਈ ਜੇ ਅਸੀਂ ਆਪਣੇ ਆਪੇ ਨੂੰ ਤੱਕੀਏ ਨਾ, ਸਾਡਾ ਵੀ ਮਨ ਔਰ ਤਨ ਖੋਟਾ ਹੋਇਆ ਪਿਆ।
ਤੇ ਇਹ ਖੋਟ ਰੱਬ ਦੇ ਘਰ ਪ੍ਰਵਾਨ ਨਹੀਂ ਹੋਣੀ, ਮਾਲਕ ਦੇ ਘਰ ਪ੍ਰਵਾਨ ਨਹੀਂ ਹੋਣੀ। ਕਿਸੇ ਵੀ ਵਪਾਰ ਵਿੱਚ ਕੋਈ ਬੰਦਾ ਖੋਟ ਕਰਦਾ ਹੈ, ਕੋਈ ਬੰਦਾ ਚਲਾਕੀ ਦੇ ਨਾਲ ਖੋਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਕੋਈ ਵੀ ਚੀਜ਼ ਵੇਚਦਾ ਜੋ ਉਹਦੇ ਵਿੱਚ ਖੋਟ ਹੋਵੇ, ਆਪਾਂ ਪਰਖ ਕੇ ਲੈਨੇ ਆ ਨਾ, ਪਰਖ ਕੇ ਲੈਨੇ ਆ। ਸੋਨਾ ਵੀ ਪਰਖ ਕੇ ਲੈਨੇ ਆ ਵੀ ਮੋਹਰ ਲੱਗੀ ਗਏ ਦੇ ਉੱਪਰ ਕਿ ਨਹੀਂ। ਜੇ ਉਹ ਮੋਹਰ ਨਹੀਂ ਲੱਗੀ ਫਿਰ ਇਹਦਾ ਮਤਲਬ ਇਹਦੇ ਵਿੱਚ ਮਿਲਾਵਟ ਹੈ, ਮਿਲਾਵਟ ਹੈ। ਔਰ ਅਗਲਾ ਆਪ ਕਹਿ ਦਿੰਦਾ ਵੀ ਤੁਸੀਂ ਪਿਓਰ ਚਾਹੁੰਦੇ ਹੋ ਕਿ ਤੁਸੀਂ ਮਿਲਾਵਟ ਵਾਲਾ ਚਾਹੁੰਦੇ ਹੋ ਸੋਨਾ। ਜੇ ਮਿਲਾਵਟ ਵਾਲਾ ਬਣਾਓਗੇ, ਜਿੱਦਣ ਉਹ ਕਟਾਣ ਜਾਓਗੇ ਉਹਦੀ ਮਿਲਾਵਟ ਦੀ ਕਾਟ ਕੱਟੀ ਜਾਵੇ। ਪਰ ਜੇ ਤੁਸੀਂ ਪਿਓਰ ਲੋਗੇ ਨਾ ਤੇ ਉਹਦੀ ਕੋਈ ਕਾਟ ਨਹੀਂ ਕੱਟੀ ਜਾਣੀ। ਜਿੰਨੇ ਪੈਸੇ ਦਾ ਤੁਸੀਂ ਲਓਗੇ ਉਨੇ ਹੀ ਰੁਪਏ ਤੁਹਾਨੂੰ ਮਿਲਣਗੇ, ਕਿਉਂਕਿ ਉਹ ਪਿਓਰ ਹੈ। ਜਿਹਦੇ ਵਿੱਚ ਖੋਟ ਗਏ ਮਤਲਬ ਉਹਦਾ ਕੁਝ ਨਾ ਕੁਝ ਕੱਟਿਆ ਜਾਣਾ, ਘਟ ਜਾਣਾ। ਜਿਹਦੇ ਵਿੱਚ ਖੋਟ ਹੋਵੇਗੀ ਔਰ ਉਹ ਛੇਤੀ ਕਾਲਾ ਵੀ ਹੋਵੇਗਾ, ਉਹ ਸੋਨਾ ਛੇਤੀ ਕਾਲਾ ਵੀ ਹੋਵੇਗਾ, ਧਵਾਣਾ ਵੀ ਪਏਗਾ। ਉਦੋਂ ਫਿਰ ਕੁਝ ਨਾ ਕੁਝ ਉਹਦਾ ਲਏਗਾ, ਜਦੋਂ ਧਵਾਓਗੇ ਉਦੋਂ ਫਿਰ ਉਹਦਾ ਲੈਂਦਾ ਸੋਨਾ। ਜਿਹੜਾ ਪਿਓਰ ਹੈ ਉਹ ਪਿਓਰ ਹੈ, ਉਹਦੀ ਕੋਈ ਕਾਟ ਨਹੀਂ। ਇਸ ਸਦਕਾ ਪਿਓਰਟੀ ਸਾਡੇ ਜੀਵਨ ਚ ਆਉਣੀ ਜ਼ਰੂਰੀ ਹੈ, ਜੋ ਹੈ ਨਹੀਂ। ਸਾਡੇ ਜੀਵਨ ਵਿੱਚ ਖੋਟ ਹੈ, ਪਿਓਰਟੀ ਨਹੀਂ ਹੈ। ਜੇ ਅਸੀਂ ਕਹੀਏ ਅਸੀਂ 100% ਸ਼ੁੱਧ ਹਾਂ, ਨਥਿੰਗ, ਕਿ ਅਸੀਂ 100% ਪਿਓਰ ਹਾਂ, ਨਾ, ਹੋ ਨਹੀਂ ਸਕਦਾ। ਸਾਡੇ ਅੰਦਰ ਕਿਤੇ ਨਾ ਕਿਤੇ ਖੋਟ ਹੈ, ਅਸੀਂ ਪੂਰਨ ਤੌਰ ਤੇ ਪਿਓਰ ਨਹੀਂ ਹਾਂ। ਹਰੇਕ ਚੀਜ਼ ਅੱਜ ਖੋਟ ਦੇ ਨਜ਼ਰੀਏ ਨਾਲ ਵਿਕ ਰਹੀ ਹੈ। ਦੁੱਧ ਭਾਵੇਂ ਲੈ ਲਓ, ਦੁੱਧ 1 2 4 ਤੁਬਕੇ ਦਵਾਈ ਪਾਉਂਦਾ ਅਗਲਾ, 2 ਤੁਬਕੇ ਉਹਦੇ ਵਿੱਚ ਪਾਣੀ ਪਾਉਂਦਾ ਤੇ ਦੁੱਧ ਬਣ ਜਾਂਦਾ। ਯਾਰ ਪੀ ਰਹੇ ਸੀ ਲੋਕ, ਯਾਰ, ਤੇ ਡਰਮਾਂ ਦੇ ਡਰਮ ਭਰ ਕੇ ਲੋਕ ਵੇਚ ਰਹੇ। ਸਿਰਫ ਉਹ 2 ਤੁਬਕੇ ਦਵਾਈ ਨਾਲ ਦੁੱਧ ਬਣਦਾ। ਕੁਇੰਟਲਾਂ ਦੇ ਹਿਸਾਬ ਨਾਲ ਦੁੱਧ ਕਿੰਨੀਆਂ ਕਿਤੇ ਲੋਕਾਂ ਮੱਝਾਂ ਰੱਖੀਆਂ। ਜੇ ਸਰਵੇਖਣ ਕੀਤਾ ਜਾਵੇ ਕਿੰਨੀਆਂ ਕੁ ਮੱਝਾਂ ਲੋਕਾਂ ਨੇ ਰੱਖੀਆਂ, ਪਿਓਰ ਦੁੱਧ ਦਾ ਜੇ ਕੱਢੀਏ ਤੇ ਜਿਹੜੇ ਹਿਸਾਬ ਨਾਲ ਸ਼ਹਿਰਾਂ ਵਿੱਚ ਉਤਪਾਦਨ ਹੋ ਰਿਹਾ, ਕੁਰਥਾਵਾਂ ਤੇ ਹੋ ਰਿਹਾ, ਉਹ ਪਿਓਰ ਹੋ ਰਿਹਾ? ਨਹੀਂ, ਖੋਟ ਹੈ। ਪਰ ਜਿਹਦੀ ਚੀਜ਼ ਵਿੱਚ, ਜਿਹਦੇ ਵਪਾਰ ਵਿੱਚ ਖੋਟ ਹੋਵੇਗੀ ਉਹ ਫੜਿਆ ਜ਼ਰੂਰ ਜਾਵੇਗਾ। ਜਿੱਦਣ ਉਹ ਫੜਿਆ ਗਿਆ ਉਦਣ ਫਿਰ ਉਹਨੂੰ ਵੱਡਾ ਦੰਡ, ਵੱਡਾ ਜੁਰਮਾਨਾ ਭਰਨਾ ਪੈਣਾ। ਵਪਾਰ ਉਹ ਕਰੋ ਜਿਹਦੇ ਚ ਸਕੂਨ ਹੋਵੇ। ਜਿਹੜਾ ਵਪਾਰ ਇਦਾਂ ਦਾ ਕਰ ਰਿਹਾ ਉਹ ਡਰ ਡਰ ਕੇ ਕਰ ਰਿਹਾ, ਕੱਲ ਨੂੰ ਫੜਿਆ ਨਾ ਜਾਵਾਂ, ਤੇ ਫੜਿਆ ਵੀ ਜਾਂਦਾ। ਜਿੱਦਣ ਫੜਿਆ ਜਾਂਦਾ ਉਦਣ ਜੇਲ੍ਹ ਵੀ ਹੁੰਦੀ ਹੈ ਵੀ ਤੂੰ ਇੰਨੇ ਸਮੇਂ ਤੋਂ ਲੋਕਾਂ ਨੂੰ ਜ਼ਹਿਰ ਪਿਆ ਰਿਹਾ ਸੀ। ਔਰ ਸੱਚ ਹੈ, ਮੈਂ ਵੇਖਿਆ ਹੋਇਆ ਕਿ ਸਿਰਫ 2 ਤੁਬਕੇ ਅਗਲਾ ਪਾਉਂਦਾ, ਉੱਤੋਂ ਪਾਣੀ ਪਾਉਂਦਾ ਤੇ 1 ਪੂਰਾ ਗਲਾਸ ਦੁੱਧ ਦਾ ਬਣਦਾ, ਤੇ ਉਹੀ ਮੈਡੀਸਨ ਡਰਮਾਂ ਚ ਪਾਉਂਦੇ ਆ, ਪਾਣੀ ਨਾਲ ਡਰਮ ਭਰਦੇ ਆ, ਉਹਨੂੰ ਖੁਲਾਉਂਦੇ ਆ ਤੇ ਦੁੱਧ ਬਣਦਾ। ਇਹ ਕੁਝ ਸ਼ਹਿਰਾਂ ਵਿੱਚ ਵਿਕਦਾ। ਚਲੋ ਪਿੰਡਾਂ ਵਾਲੇ ਤੇ ਫਿਰ ਵੀ ਬਚੇ ਆ ਜਿਹੜਾ ਆਪਣਾ ਘਰ ਦਾ ਚੂ ਕੇ ਪੀਂਦੇ ਆ, ਪਰ ਸ਼ਹਿਰਾਂ ਵਿੱਚ ਮਾਫ ਕਰਨਾ, ਉਹੀ ਦੁੱਧ ਵਿਚਾਰੇ ਪੀਂਦੇ ਆ ਜਿਹੜਾ ਮੈਡੀਸਨ ਨਾ ਬਣਦਾ, ਜਿਹੜਾ ਕਿਸੇ ਦਵਾਈ ਨਾ ਬਣਦਾ। ਖੋਟ ਹੈ ਨਾ ਵਪਾਰ ਵਿੱਚ। ਔਰ ਜਿਨ੍ਹਾਂ ਦੇ ਵਪਾਰ ਵਿੱਚ ਖੋਟ ਆ ਫੜੇ ਜ਼ਰੂਰ ਜਾਂਦੇ ਨੇ, ਫੜੇ ਜਾਂਦੇ ਨੇ ਜਿਨ੍ਹਾਂ ਦੇ ਖੋਟ ਹੁੰਦੀ ਆ ਵਪਾਰ। ਪਰ ਜਿਨ੍ਹਾਂ ਦੇ ਵਪਾਰ 'ਚ ਖੋਟ ਹੋਵੇ ਫੜੇ ਨਾ ਜਾਣ, ਰੱਬ ਦੀ ਦਰਗਾਹ 'ਚ ਜਾ ਕੇ ਤੇ ਲੇਖਾ ਦੇਣਾ ਪੈਣਾ। ਇੱਥੇ ਤੇ ਕਰ ਲੇਗਾ, ਪਰ ਰੱਬ ਨੂੰ ਜਾ ਕੇ ਕੀ ਮੂੰਹ ਵਿਖਾਵੇਂਗਾ? ਉੱਥੇ ਤੇ ਸਤਿਗੁਰਾਂ ਨੇ ਕਿਹਾ, ਮਾਲਕ ਨੇ ਕਿਹਾ, ਕਿਆ ਮੁਖ ਲੈ ਕੇ ਜਾਏਗਾ? ਧਰਮ ਰਾਏ ਜਬ ਲੇਖਾ ਮੰਗਾ तो क्या मुख लेके जाएगा? ਜਦੋਂ ਉਹਨੇ ਲੇਖਾ ਮੰਗਣਾ ਫਿਰ ਨਹੀਂ ਤੇਰੇ ਤੋਂ ਛੁਪਾਇਆ ਜਾਣਾ, ਉਹਨੇ ਤੇ ਸਕਰੀਨ ਤੇ ਵਿਖਾ ਦੇਣਾ ਵੀ ਆਹ ਕੁਝ ਤੂੰ ਕਰਦਾ ਰਿਹਾ। ਇਸ ਲਈ ਵਪਾਰ ਉਹ ਕਰੋ
ਜਿਹੜਾ ਵਪਾਰ ਸਾਡਾ ਮਾਲਕ ਦੇ ਘਰ ਤੱਕ ਨਿਭੇ, ਤੇ ਉਸ ਵਪਾਰ ਦੀ ਮੈਂ ਕੱਲ ਗੱਲ ਕਰ ਚੁੱਕੇ ਹਾਂ ਆਪਾਂ ਸ਼ਬਦ ਵਿੱਚ ਕਿ ਉਹ ਵਪਾਰ ਕੀ ਹੈ, ਉਹ ਹੈ ਨਾਮ ਦਾ ਵਪਾਰ। ਹਰ ਕੇ ਨਾਮ ਕੇ ਵਪਾਰੀ, ਹਰੀ ਦੇ ਨਾਮ ਦੇ ਵਪਾਰੀ ਬਣੀਏ। ਜਿਹੜਾ ਵਪਾਰ ਕਰਤਾਰ ਦੇ ਘਰ ਤੱਕ ਨਾ ਨਿਭਣਾ ਹੈ, ਜਿਹੜਾ ਵਪਾਰ ਅਸੀਂ ਕਰ ਰਹੇ ਹਾਂ ਨਾ, ਇਹ ਖੋਟਾ ਹੈ ਤੇ ਖੋਟਾ ਵਣਜ ਮਨੰਜਿਆ। ਤਨ ਮਨ ਖੋਟਾ ਕੋਈ ਸੁਭਾਵਿਕ ਹੈ, ਤੁਹਾਡਾ ਤਨ ਵੀ ਤੇ ਤੁਹਾਡਾ ਮਨ ਵੀ ਖੋਟਾ ਹੋ ਜਾਏ। ਨਸ਼ਾ ਕਰਨ ਵਾਲਾ ਪਹਿਲਾਂ ਨਸ਼ਾ ਵੇਚਣ ਵਾਲਾ ਪਹਿਲਾਂ ਨਸ਼ਾ ਕਰਕੇ ਵੇਖਦਾ। ਨਸ਼ਾ ਕਰਨ ਵਾਲਾ ਪਹਿਲਾਂ ਨਸ਼ਾ ਕਰਕੇ ਵੇਖਦਾ, ਉਸ ਤੋਂ ਬਾਅਦ ਉਹਨੂੰ ਵੇਚਣਾ ਸ਼ੁਰੂ ਕਰਦਾ। ਕਿਉਂਕਿ ਪਹਿਲਾਂ ਉਹਦੇ ਅੰਦਰ ਜਾਏਗਾ ਤੇ ਫਿਰ ਇਸੇ ਤਰ੍ਹਾਂ ਵਪਾਰ ਜਿਹੜਾ ਖੋਟਾ ਕਰੇਗਾ, ਉਹਦਾ ਤਨ ਵੀ ਉਹਦਾ ਮਨ ਵੀ ਖੋਟਾ ਹੋ ਜਾਏਗਾ। ਸਤਿਗੁਰੂ ਜੀ ਕਹਿ ਰਹੇ ਖੋਟਾ ਵਣਜ ਮਨੰਜਿਆ, ਮਨ ਤਨ ਖੋਟਾ ਕੋਏ ਫਾਖੀ ਫਾਥੇ ਮਿਰਗ ਜਿਉ, ਦੁੱਖ ਘਣੋ ਨਿਤ ਰੋਏ। ਜਿਵੇਂ ਕਹਿੰਦੇ ਗਨ ਮਿਰਗ ਦੇ ਗਲ ਵਿੱਚ ਫਾਖੀ ਪੈ ਜਾਂਦੀ ਹੈ ਨਾ, ਮਿਰਗ ਦੇ ਦੁੱਖ ਘਣੋ ਵਿਚਾਰਾ ਬੜਾ ਦੁਖੀ ਹੁੰਦਾ ਹੈ, ਨਿਤ ਰੋਏ। ਜਦੋਂ ਸ਼ਿਕਾਰੀ ਫੜ ਲੈਂਦਾ ਤੇ ਫਿਰ ਨਿਤਾ ਪ੍ਰਤੀ ਰੋਣਾ ਪੱਲੇ ਪੈ ਜਾਂਦਾ, ਇਹਦਾ ਕੀ ਪਤਾ ਕਦੋਂ ਮਾਰ ਦੇ। ਜਦੋਂ ਸ਼ਿਕਾਰੀ ਜਾਲ ਵਿਛਾ ਕੇ ਬੈਠਦਾ ਹੈ, ਘੰਡੇ ਖੇੜੇ ਦੀ ਆਵਾਜ਼ ਸੁਣ ਕੇ ਮਿਰਗ ਦੌੜਦਾ ਹੈ ਤੇ ਦੌੜ ਕੇ ਆ ਕੇ ਜਾਲ ਵਿੱਚ ਫਸ ਜਾਂਦਾ ਜਾਂ ਉਹਦੀ ਫਾਖੀ ਵਿੱਚ ਫਸ ਜਾਂਦਾ ਹੈ। ਜਿੰਨਾ ਤੱਕ ਸ਼ਿਕਾਰੀ ਕੋਲ ਹੈ ਉਹਨਾਂ ਤੱਕ ਉਹ ਰੋਂਦਾ ਹੈ। ਉਹਨੂੰ ਪਤਾ ਹੈ ਵੀ ਮੈਂ ਸ਼ਿਕਾਰੀ ਦੇ ਵੱਸ ਹਾਂ, ਕਿੱਦਣ ਝਟਕਾ ਦੇ ਨਹੀਂ ਪਤਾ, ਕਿੱਦਣ ਮਾਰ ਦੇ ਇਸ ਗੱਲ ਦੀ ਕੋਈ ਗਰੰਟੀ ਨਹੀਂ, ਤੇ ਰੋਂਦਾ। ਸਤਿਗੁਰੂ ਜੀ ਕਹਿੰਦੇ ਜਿਸ ਖੋਟੇ ਵਪਾਰ ਵਿੱਚ ਤੁਸੀਂ ਫਸੇ ਰਹੇ, ਇਸ ਖੋਟ ਵਿੱਚ ਫਸੇ ਰਹੇ, ਇਸ ਖੋਟ ਦੀ ਫਾਹੀ ਹੀ ਤੁਹਾਨੂੰ ਇੱਕ ਦਿਨ ਲੈ ਡੁੱਬੇ। ਜਿਵੇਂ ਉਹਨੂੰ ਘੰਡੇ ਖੇੜੇ ਦੀ ਆਵਾਜ਼ ਲੈ ਡੁੱਬੀ ਨਾ, ਇਸੇ ਤਰ੍ਹਾਂ ਤੁਹਾਨੂੰ ਆ ਖੋਟ ਦੀ ਫਾਹੀ ਲੈ ਡੁੱਬੇਗੀ। ਖੋਟਾ ਵਪਾਰ ਕਰਨ ਵਾਲਿਓ, ਇੱਕ ਨਾ ਇੱਕ ਦਿਨ ਇਸੇ ਖੋਟ ਵਿੱਚ ਤੁਸੀਂ ਮਰ ਜਾਣਾ, ਖਤਮ ਹੋ ਜਾਣਾ, ਕਿਉਂਕਿ ਇਹਨੇ ਤੁਹਾਨੂੰ ਲੈ ਡੁੱਬਣਾ। ਤੇ ਬੜੇ ਬੜੇ ਵੱਡੇ ਵਪਾਰੀ, ਵੱਡੇ ਵੱਡੇ ਵਪਾਰੀ ਜਿਨ੍ਹਾਂ ਫੈਕਟਰੀਆਂ ਲਾਈਆਂ ਸੀ, ਜਿੱਦਣ ਉਹ ਫੜੇ ਗਏ ਨਾ, ਸਭ ਕੁਝ ਅਗਲਿਆਂ ਸੀਲ ਕਰ ਦਿੱਤਾ। ਲਾ ਦਿੰਦੇ ਨਾ ਲੋਕ ਬਾਹਰ ਤੇ ਉੱਪਰ ਮੋਹਰ ਲਾ ਕੇ ਉਹਨੂੰ ਸੀਲ ਕਰ ਦਿੰਦੇ ਵੀ ਹੁਣ ਕੋਈ ਇਹਨੂੰ ਖੋਲ ਨਹੀਂ ਸਕਦਾ। ਵੱਡੀਆਂ ਵੱਡੀਆਂ ਫੈਕਟਰੀਆਂ ਤੇ ਤਾਲੇ ਲੱਗ ਗਏ ਜਿਹੜੇ ਕਰੋੜਾਪਤੀ ਸਨ, ਕਿਉਂਕਿ ਜਿੱਦਣ ਖੋਟ ਬਾਰੇ ਪਤਾ ਲੱਗਾ ਨਾ, ਉਸ ਦਿਨ ਫਿਰ ਕੋਈ ਨਹੀਂ ਵੇਖਦਾ ਵੀ ਇਹਦੀ ਪਹੁੰਚ ਕਿੰਨੀ ਹੈ, ਇਹਦੇ ਕੋਲ ਪੈਸਾ ਕਿੰਨਾ, ਸਭ ਖਤਮ। ਇਸ ਲਈ ਵਪਾਰ ਉਹ ਕਰੋ ਜਿਹਦੇ ਵਿੱਚ ਰਿਸਕ ਨਾ ਹੋਵੇ। ਚੰਗਾ ਵਪਾਰ ਕਰੋ, ਥੋੜਾ ਖਾ ਲਓ ਪਰ ਖਾਓ ਤੇ ਚੰਗੇ ਤਰੀਕੇ ਨਾਲ। ਉਹ ਕਦਾ ਖਾਣਾ ਵੀ ਜਿਹੜਾ ਡਰ ਡਰ ਕੇ ਖਾਵੇ। ਇਸ ਲਈ ਮਾੜਾ ਵਪਾਰ ਕਰਕੇ ਛੇਤੀ ਤੇ ਆਪਾਂ ਉੱਪਰ ਆ ਸਕਦੇ ਹਾਂ। ਕੋਈ ਵਪਾਰ ਮਾੜਾ ਕਰਕੇ ਬੰਦਾ ਛੇਤੀ ਤੇ ਉੱਪਰ ਆ ਸਕਦਾ ਮਿਲਾਵਟੀ ਚੀਜ਼ਾਂ ਵੇਚ ਕੇ, ਪਰ ਬਹੁਤਾ ਚੀਜ਼ ਚਿਰ ਨਹੀਂ ਚੱਲੇਗਾ, ਲੌਂਗ ਟਾਈਮ ਲਈ ਨਹੀਂ ਹੈ। ਉਹ ਫੜਿਆ ਜਾਵੇਗਾ ਤੇ ਜਿੱਦਣ ਫੜਿਆ ਜਾਵੇਗਾ ਫਿਰ ਜ਼ੀਰੋ ਤੇ ਆ ਜਾਏਗਾ, ਤੇ ਜਿੱਦਣ ਜ਼ੀਰੋ ਤੇ ਆ ਗਿਆ ਜੇਲ੍ਹ ਵੀ ਹੋ ਸਕਦੀ, ਜੇਲ੍ਹ 'ਚ ਚਲਾ ਗਿਆ, ਫਿਰ ਵਪਾਰ ਕਿੱਧਰ ਗਿਆ? ਵਪਾਰ ਤੇ ਖਤਮ ਹੋ ਗਿਆ। ਇਸ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਖੋਟ ਦੀ ਫਾਕੀ ਆਪਣੇ ਗਲ 'ਚ ਪਾ ਕੇ ਨਾ ਤੁਰੋ ਕਿ ਕਿੱਦਣ ਵੀ ਖਿੱਚੀ ਜਾਵੇ। ਖੋਟੇ ਪੁੱਤੈ ਨਾ ਪਵੈ, ਤਿਨ ਹਰ ਗੁਰ ਦਰਸ਼ਨ ਕੋਇ। ਖੋਟੇ ਦਾ ਮਤਲਬ ਖੋਟੇ, ਪੋਤੇ ਦਾ ਇੱਥੇ ਮਤਲਬ ਹੈ ਸਰਕਾਰੀ ਖਜ਼ਾਨਾ। ਇਹ ਸ਼ਬਦ ਮੈਂ ਲੱਭਣ ਦੀ ਕੋਸ਼ਿਸ਼ ਕੀਤੀ, ਸਰਚ ਮਾਰੀ ਕਿ ਇਹਦਾ ਮਤਲਬ ਕੀ ਹੈ। ਉਂਝ ਉੱਥੇ ਸਰਕਾਰੀ ਖਜ਼ਾਨਾ ਲਿਖਿਆ, ਪਰ ਇਹ ਸ਼ਬਦ ਕਿੱਥੇ ਵਰਤਿਆ ਜਾਂਦਾ ਹੈ? ਪੋਤਾ, ਕਿਉਂਕਿ ਆਪਾਂ ਤੇ ਵਰਤਦੇ ਨਹੀਂ, ਸਾਡੀ ਬੋਲ ਚਾਲ ਭਾਸ਼ਾ ਵਿੱਚ ਇਹ ਸ਼ਬਦ ਨਹੀਂ ਹੈ। ਆਪਾਂ ਇਹ ਕਹਾਂਗੇ ਸਰਕਾਰੀ ਖਜ਼ਾਨਾ, ਇਹੀ ਕਹਿੰਦੇ ਆ ਸਰਕਾਰੀ ਖਜ਼ਾਨਾ ਆਪਾਂ ਸਿੱਧੇ, ਪਰ ਇੱਥੇ ਪੋਤਾ ਸ਼ਬਦ ਵਰਤਿਆ। ਪੋਤਾ ਸ਼ਬਦ ਬੜੀ ਵਾਰੀ ਗੁਰਬਾਣੀ ਵਿੱਚ ਆਇਆ, ਪਰ ਇਹਦਾ ਅਰਥ ਕੀ ਹੈ? ਤੇ ਉੱਥੇ ਸਿਰਫ ਇਹ ਹੀ ਮਿਲਿਆ ਕਾਨੂੰਨੀ ਭਾਸ਼ਾ। ਜਿਹੜਾ ਪੋਤਾ ਸ਼ਬਦ ਹੈ ਇਹ ਕਾਨੂੰਨੀ ਭਾਸ਼ਾ ਵਿੱਚ ਵਰਤਿਆ ਜਾਂਦਾ, ਜੋ ਕਾਨੂੰਨ ਦੀ ਭਾਸ਼ਾ ਹੈ ਉਹਦੇ ਵਿੱਚ ਇਹ ਵਰਤਿਆ ਜਾਂਦਾ। ਕਿਉਂਕਿ ਬੜੀਆਂ ਭਾਸ਼ਾਵਾਂ ਨੇ, ਜਿਵੇਂ ਲੰਡੀ ਹੈ, ਲੰਡੀ ਕੋਈ ਆਮ ਬੰਦਾ ਨਹੀਂ ਸਮਝਦਾ। ਜਿਹੜੇ ਮੁਨਸ਼ੀ ਨੇ
ਆੜਤ ਦਾ ਕੰਮ ਕਰਦੇ, ਉਹ ਜਾਣਦੇ ਲੰਡੀ ਭਾਸ਼ਾ ਬਾਰੇ, ਉਹ ਲਿਖਦੇ ਵੀ ਲੰਡੀ ਚ ਨੇ, ਉਹ ਜਾਣਦੇ ਉਸ ਭਾਸ਼ਾ ਨੂੰ। ਇਸੇ ਤਰ੍ਹਾਂ ਕਾਨੂੰਨੀ ਭਾਸ਼ਾ ਹੈ, ਕਾਨੂੰਨੀ ਭਾਸ਼ਾ ਵਿੱਚ ਪੋਤਾ ਸ਼ਬਦ ਨੂੰ ਸਰਕਾਰੀ ਖਜ਼ਾਨਾ ਕਿਹਾ ਜਾਂਦਾ ਹੈ। ਤੇ ਸਤਿਗੁਰੂ ਕੀ ਕਹਿ ਰਹੇ, ਸਾਹਿਬ ਕਹਿ ਰਹੇ ਆ, ਖੋਟੇ ਪੋਤਾ ਨਾ ਪਵੈ ਤਿਨ ਹਰ ਗੁਰ ਦਰਸਨਾ। ਜਿਹੜੇ ਖੋਟੇ ਹਨ ਉਹ ਖਜ਼ਾਰੀ ਸਰਕਾਰੀ ਖਜ਼ਾਨੇ ਵਿੱਚ ਨਹੀਂ ਪੈਂਦੇ। ਖੋਟਾ ਰੁਪਈਆ ਸਰਕਾਰੀ ਖਜ਼ਾਨੇ ਵਿੱਚ ਨਹੀਂ ਚੱਲਦਾ। ਇੱਥੇ ਗੋਲਕ ਵਿੱਚ ਵੀ ਜੇ ਖੋਟਾ ਰੁਪਈਆ ਆ ਜੇ ਤੇ ਚੁੱਕ ਕੇ ਬਾਹਰ ਕੱਢ ਦਿੰਨੇ ਆਪਾਂ। ਖੋਟਾ ਰੁਪਈਆ ਲੈ ਕੇ ਕਿਸੇ ਦੁਕਾਨ ਤੇ ਚਲੇ ਜਾਓ, ਅਗਲਾ ਵਗਾ ਕੇ ਮਾਰਦਾ ਵੀ ਇਹਦਾ ਕੁਝ ਨਹੀਂ ਮਿਲਣਾ, ਭੱਜ ਇੱਥੋਂ, ਕਿਉਂਕਿ ਖੋਟਾ ਹੈ, ਉਹ ਚੱਲਣਾ ਹੀ ਨਹੀਂ ਕਿਤੇ। ਖੋਟਾ ਰੁਪਈਆ ਕਿਤੇ ਵੀ ਚੱਲਣਾ ਨਹੀਂ। ਸਰਕਾਰੀ ਖਜ਼ਾਨੇ ਚ ਤੇ ਲੈਣਾ ਹੀ ਅਗਲੇ ਕੀ ਹੈ, ਜਿਹੜੇ ਵੇਖ ਪਰਖ ਕੇ ਲੈਂਦੇ ਆ, ਸਰਕਾਰੀ ਖਜ਼ਾਨੇ ਵਿੱਚ ਨਹੀਂ ਪੈਣਾ। ਜੇ ਆਮ ਹੱਟੀ ਤੇ ਆਮ ਦੁਕਾਨ ਤੇ ਉਹ ਖੋਟਾ ਰੁਪਈਆ ਨਹੀਂ ਚੱਲ ਰਿਹਾ ਤੇ ਸਰਕਾਰੀ ਖਜ਼ਾਨੇ ਚ ਕਿਵੇਂ ਚੱਲ ਜਾਏਗਾ, ਨਹੀਂ ਚੱਲ ਸਕਦਾ। ਇਸੇ ਤਰ੍ਹਾਂ ਸਮਝੋ ਇਸ ਬਾਤ ਨੂੰ, ਜਿਹੜੇ ਬੰਦੇ ਦਾ ਜੀਵਨ ਖੋਟ ਨਾਲ ਭਰਿਆ, ਖੋਟ ਹੀ ਖੋਟ, ਖੋਟ ਬੇਜੀਆ ਖੋਟ, ਜਿਨ੍ਹਾਂ ਦਾ ਜੀਵਨ ਖੋਟ ਨਾਲ ਹੀ ਭਰਿਆ, ਖੋਟ ਹੀ ਖੋਟ ਹੈ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਖੋਟ ਹੀ ਹੈ, ਕੋਈ ਗੁਣ ਨਜ਼ਰ ਨਹੀਂ ਆਉਂਦਾ, ਔਰ ਖੋਟਾ ਜੀਵਨ ਬਤੀਤ ਕਰ ਰਹੇ, ਸਿਰਫ ਲੁੱਟਾਂ ਖੂਹਾਂ ਤੱਕ ਸੀਮਤ ਨੇ, ਵੀ ਜਿਹੜਾ ਆ ਗਿਆ ਦੁਕਾਨ ਤੇ ਲੁੱਟ ਲਓ, ਜਿਹੜਾ ਕੋਈ ਆ ਗਿਆ ਉਹਨੂੰ ਬਸ ਲੁੱਟ ਲਓ। ਜਿਨ੍ਹਾਂ ਦਾ ਜ਼ਿੰਦਗੀ ਜੀਵਨ ਇਸ ਤਰੀਕੇ ਨਾਲ ਭਰਿਆ ਹੋਇਆ, ਸਤਿਗੁਰੂ ਜੀ ਕਹਿੰਦੇ ਹੋ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ ਹੋਣਗੇ। ਜਿਹੜੇ ਖੋਟੇ ਕਰਦੇ, ਖੋਟਾ ਆਮ ਹੱਟੀ ਤੇ ਨਹੀਂ ਚੱਲ ਰਿਹਾ, ਸਰਕਾਰੀ ਖਜ਼ਾਨੇ ਚ ਕਿੱਥੇ ਜਾਵੇਗਾ। ਇਸੇ ਤਰ੍ਹਾਂ ਜਿਹੜਾ ਸੰਸਾਰ ਦੀ ਧਰਤੀ ਤੇ ਖੋਟਾ ਮਨੁੱਖ ਹੈ, ਉਹ ਸੰਸਾਰ ਦੀਆਂ ਹੱਟੀਆਂ ਵਾਲੇ, ਸੰਸਾਰ ਦੇ ਲੋਕ ਉਹਨੂੰ ਕਹਿੰਦੇ ਆ ਵੀ ਇਹਦੇ ਵਰਗਾ ਚੁਗਲਬਾਜ਼, ਇਹਦੇ ਵਰਗਾ ਹਰਾਮਖੋਰ, ਇਹਦੇ ਵਰਗਾ ਚੋਰ ਡਕੈਤ, ਇਹਦੇ ਵਰਗਾ ਝੂਠ ਬੋਲਣ ਵਾਲਾ, ਇਹਦੇ ਵਰਗਾ ਹਰਾਮੀ ਬੰਦਾ ਕੋਈ ਨਹੀਂ, ਜਿਹਨੂੰ ਸੰਸਾਰ ਦੇ ਲੋਕ ਇਹ ਕਹਿ ਰਹੇ ਆ। ਸੋਚਿਓ ਥੋੜਾ ਜਿਹਾ ਦਿਮਾਗ ਨਾਲ, ਜਿਹਨੂੰ ਸੰਸਾਰ ਦੀਆਂ ਹੱਟੀਆਂ ਤੇ ਜਗ੍ਹਾ ਨਹੀਂ ਮਿਲ ਰਹੀ ਕਿ ਇਹ ਬੰਦਾ ਝੂਠ ਬੋਲਦਾ, ਨਿੰਦਿਆ ਕਰਦਾ ਹੈ, ਚੁਗਲੀ ਕਰਦਾ ਹੈ, ਹਰਾਮਖੋਰ ਹੈ, ਗਲਾ ਵੱਢ ਕੇ ਹੱਤਿਆ ਕਮਾਉਂਦਾ ਹੈ, ਜਿਹਨੂੰ ਸੰਸਾਰ ਦੀ ਹੱਟੀ ਵਾਲੇ ਇੰਨਾ ਪਰਖ ਚੁੱਕੇ ਨੇ, ਉਹ ਬੰਦਾ ਕੀ ਸੋਚਦਾ ਵੀ ਮੈਨੂੰ ਰੱਬ ਦੀ ਦੁਕਾਨ, ਰੱਬ ਦੇ ਘਰ ਦੇ ਅੰਦਰ ਜਗ੍ਹਾ ਮਿਲ ਜਾਏਗੀ। ਜਿਹੜਾ ਖੋਟਾ ਰੁਪਈਆ ਸੰਸਾਰ ਦੀਆਂ ਹੱਟੀਆਂ ਤੇ ਨਹੀਂ ਚੱਲ ਰਿਹਾ, ਉਹ ਖੋਟਾ ਰੁਪਈਆ ਇਹ ਸੋਚ ਲੈ ਵੀ ਮੈਂ ਸਰਕਾਰੀ ਖਜ਼ਾਨੇ 'ਚ ਜਮਾ ਹੋ ਜਾਵਾਂਗਾ, ਤੇ ਨਹੀਂ ਹੋ ਸਕਦਾ। ਇਸੇ ਤਰ੍ਹਾਂ ਅਸੀਂ ਖੋਟੇ ਰੁਪਈਏ ਦੀ ਤਰ੍ਹਾਂ ਸਾਡਾ ਜੀਵਨ ਖੋਟਾ ਹੈ। ਸਾਨੂੰ ਸੰਸਾਰ ਦੀਆਂ ਹੱਟੀਆਂ ਵਾਲਿਆਂ ਨੇ ਪਰਖ ਕੇ ਬਾਤ ਕਹਿ ਦਿੱਤੀ ਵੀ ਤੇਰਾ ਜੀਵਨ ਖੋਟਾ ਹੈ, ਇਹ ਬੰਦਾ ਚੁਗਲਖੋਰ ਹੈ, ਨਿੰਦਕ ਹੈ, ਝੂਠਾ ਹੈ। ਕੀ ਸੋਚਦੇ ਹੋ ਕਿ ਅਸੀਂ ਰੱਬ ਦੇ ਘਰ ਦੇ ਅੰਦਰ ਪ੍ਰਵਾਨ ਹੋ ਜਾਵਾਂਗੇ? ਕਦੀ ਨਹੀਂ। ਸਤਿਗੁਰੂ ਜੀ ਇੱਕ ਬਾਤ ਕਹਿੰਦੇ, ਸਭ ਕਹਿੰਦੇ ਖਰੇ ਖਜ਼ਾਨੇ ਪਾਈਐ, ਜਿਹੜੇ ਖਰੇ ਨੇ ਉਹੀ ਰੱਬ ਦੇ ਖਜ਼ਾਨੇ ਵਿੱਚ ਪੈਣੇ ਆ। ਜਿਹੜੇ ਮਨੁੱਖ ਖਰੇ ਨੇ ਨਾ, ਉਹੀ ਕਰਤਾਰ ਦੇ ਘਰ 'ਚ ਪ੍ਰਵਾਨ ਹੋਣੇ ਨੇ। ਤੇ ਉਹਨਾਂ ਪੁੱਛਿਆ ਵੀ ਫਿਰ ਖੋਟੇ, ਤੇ ਸਭ ਕਹਿੰਦੇ ਖੋਟੇ ਸਟੀਆਂ ਬਾਰ-ਬਾਰ, ਖੋਟੇ ਜਿਹੜੇ ਚੁੱਕ ਕੇ ਉਹਨੇ ਬਾਹਰ ਮਾਰਨੇ, ਜਿਨ੍ਹਾਂ ਦੇ ਅੰਦਰ ਖੋਟ ਹੋਵੇਗੀ ਉਹ ਚੁੱਕ ਕੇ ਮਾਲਕ ਨੇ ਬਾਹਰ ਮਾਰਨਾ, ਤੇਰੀ ਇਸ ਘਰ 'ਚ ਜਗ੍ਹਾ ਨਹੀਂ। ਤੇ ਅਸੀਂ ਸੋਚਦੇ ਹਾਂ ਵੀ ਸ਼ਾਇਦ ਸਾਡਾ ਜੀਵਨ ਖੋਟਾ ਜਿਹੜਾ ਹੈ ਰੱਬ ਦੇ ਘਰ 'ਚ ਪ੍ਰਵਾਨ ਹੋ ਜਾਏਗਾ, ਮਰਨ ਤੋਂ ਬਾਅਦ ਨਹੀਂ ਹੋਣਾ। ਜੁੰਦਿਆਂ ਜੀ ਮੁਕਤ ਹੋਣ ਦੀ ਗੱਲ ਹੈ। ਜੁੰਦਿਆਂ ਜੀ ਆਪਣੇ ਅੰਦਰੋਂ ਖੋਟ ਕੱਢੋ, ਪਹਿਲਾਂ ਆਪਣੇ ਅੰਦਰ ਦੀ ਖੋਟ ਕੱਢੋ, ਇਹਨੂੰ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾ ਕੀ ਮਨਸਾ ਸੱਚ ਸਮਾਣੀ। ਇਹਨੂੰ ਨਿਰਮਲ ਕਰੋ ਪਹਿਲਾਂ। ਜਦੋਂ ਅੰਦਰੋਂ ਖੋਟ ਸਾਰੀ ਨਿਕਲ ਜਾਵੇਗੀ ਫਿਰ ਪ੍ਰਵਾਨਤਾ ਹੋਵੇਗੀ। ਖੋਟਾ ਰੁਪਈਆ ਚੱਲ ਸਕਦਾ ਹੈ। ਤੁਸੀਂ ਕਹੋਗੇ ਵੀ ਪਹਿਲਾਂ ਕਿਆ ਨਹੀਂ ਚੱਲ ਸਕਦਾ, ਹੁਣ ਕਹਿੰਦੇ ਚੱਲ ਸਕਦਾ। ਹਾਂ,
ਜੇ ਉਹਦੀ ਖੋਟ ਕਰਮ ਖਤਮ ਕਰ ਦਿੱਤੀ ਜਾਵੇ, ਜੇ ਉਹਦੀ ਖੋਟ ਖਤਮ ਕਰ ਦਿੱਤੀ ਜਾਵੇ, ਉਹਦੀ ਮੈਲ ਉਤਾਰ ਦਿੱਤੀ ਜਾਵੇ ਤੇ ਮੈਲ ਉਤਾਰ ਕੇ ਐਨ ਸਾਫ਼ ਕਰ ਲਿਆ ਜਾਵੇ, ਉਹੀ ਰੁਪਈਆ ਫਿਰ ਚੱਲੇਗਾ। ਪਰ ਸ਼ਰਤ ਇਹ ਹੈ ਕਿ ਉਹਦੀ ਮੈਲ ਉਤਾਰਨੀ ਪਏਗੀ। ਮੈਲ ਉਤਾਰਨ ਤੋਂ ਬਾਅਦ ਉਹੀ ਹੈ ਖੋਟਾ। ਤੁਹਾਨੂੰ ਪਤਾ ਵੀ ਸਾਡੇ ਹੱਥ 'ਚ ਜਿਹੜਾ ਰੁਪਈਆ ਪਿਆ ਖੋਟਾ, ਮੈਲ ਨਾਲ ਭਰਿਆ। ਪਰ ਜਦੋਂ ਜੇ ਤੁਹਾਡੇ ਕੋਲ ਕੋਈ ਜੁਗਤ ਹੋਵੇਗੀ ਕਿ ਇਹਦੀ ਮੈਲ ਮੈਂ ਸਾਫ਼ ਕਰ ਸਕਦਾ, ਮਿੱਟੀ ਨਾਲ, ਪੈਟਰੋਲ ਨਾਲ, ਕਿਸੇ ਵੀ ਚੀਜ਼ ਨਾਲ ਜਿਹਦੇ ਨਾਲ ਮੈਲ ਸਾਫ਼, ਤੇਜ਼ਾਬ ਨਾਲ, ਕਿਸੇ ਵੀ ਚੀਜ਼ ਨਾਲ ਜਿਹਦੇ ਨਾਲ ਮੈਲ ਸਾਫ਼ ਹੋ ਜਾਏ, ਤੁਹਾਨੂੰ ਪਤਾ ਜੇ ਤਰੀਕਾ ਹੈ, ਟੈਕਟ ਹੈ, ਤਾਂ ਤੁਸੀਂ ਉਹਦੀ ਮੈਲ ਸਾਫ਼ ਕਰਕੇ ਚਲਾ ਸਕੋਗੇ। ਦੁਕਾਨ ਤੇ ਫਿਰ ਵੀ ਨਹੀਂ ਲਿਜਾਇਆ ਜਾਣਾ ਵੀ ਤੁਸੀਂ ਦੁਕਾਨਦਾਰ ਨੂੰ ਕਹਿ ਕੋਲ ਰੱਖ ਲੈ, ਇਹਦੀ ਮੈਲ ਉਤਰ ਸਕਦੀ, ਤੂੰ ਉਤਾਰ ਲੈ। ਸਾਡੀ ਸੋਚ ਇਹੀ ਹੈ ਕਿ ਅਸੀਂ ਸੋਚਦੇ ਹਾਂ ਵੀ ਅਸੀਂ ਮੈਲੇ ਕੁਚੈਲੇ ਅੰਦਰਲਾ ਮਲੀਨ ਕਰਕੇ ਰੱਬ ਦੇ ਘਰ 'ਚ ਪ੍ਰਵਾਨ ਹੋ ਜਾਾਂਗੇ। ਰੱਬ ਨੂੰ ਕਹਾਂਗੇ ਰੱਬ ਜੀ ਹੁਣ ਸਾਡੀ ਤੂੰ ਮੈਲ ਉਤਾਰ ਦੇ। ਦੁਕਾਨ ਤੋਂ ਵਿਹਲਾ ਥੋੜਾ, ਜਿਹੜਾ ਦੁਕਾਨਦਾਰ ਹੈ ਉਹ ਵਿਹਲਾ ਥੋੜਾ। ਕਿਤੇ ਵੀ ਜਾਂਦੇ ਹੋ ਫਾਰਮ ਲੈ ਕੇ ਅਗਲਾ ਕਹਿੰਦਾ ਭਰ ਕੇ ਦੇ। ਜਿਹੜਾ ਅਫਸਰ ਅੱਗੇ ਜਿਹਨੇ ਸਿਰਫ ਸਾਈਨ ਮਾਰਨੇ ਆ ਨਾ, ਉਹਦਾ ਸਿਰਫ ਕੰਮ ਮੋਹਰ ਲਾਣਾ ਤੇ ਸਾਈਨ ਕਰਨਾ ਹੈ। ਅਗਲਾ ਇਹ ਨਹੀਂ ਕਹਿੰਦਾ ਵੀ ਲੈ ਮੈਨੂੰ ਫਾਰਮ ਫੜਾ ਤੇ ਮੈਂ ਤੇਰਾ ਫਾਰਮ ਭਰ ਦੇਣਾ ਤੇ ਫਿਰ ਸਾਈਨ ਕਰਾਂਗਾ। ਨਾ ਨਾ, ਅਗਲਾ ਕਹਿੰਦਾ ਭਰ ਕੇ ਲੈ ਕੇ ਆਓ, ਮੈਂ ਤੇ ਸਿਰਫ ਸਾਈਨ ਕਰਨੇ। ਇਸੇ ਤਰ੍ਹਾਂ ਰੱਬ ਦੇ ਘਰ ਦੇ ਤੁਸੀਂ ਆਮ ਇਹ ਸੰਸਾਰੀ ਗੱਲਾਂ ਨੇ, ਆਪਾਂ ਕਹਿੰਦੇ ਨੇ ਸੰਸਾਰੀ ਗੱਲਾਂ ਕਿਉਂ ਕਰਦੇ ਹੋ? ਸੰਸਾਰੀ ਗੱਲਾਂ 'ਚ ਵੱਡਾ ਰਾਜ ਛੁਪਿਆ। ਜੇ ਸੰਸਾਰੀ ਤੌਰ ਦੇ ਉੱਪਰ ਸਾਨੂੰ ਕੋਈ ਖੱਟੀ ਤੇ ਦੁਕਾਨ ਤੇ ਖੋਟਾ ਰੁਪਈਆ ਲੈ ਕੇ ਆਪ ਮੈਲ ਨਹੀਂ ਉਤਾਰ ਰਿਹਾ, ਆਪ ਉਸ ਰੁਪਈਏ ਨੂੰ ਸ਼ਵਸ਼ ਨਹੀਂ ਕਰ ਰਿਹਾ, ਤੇ ਕੀ ਰੱਬ ਸਾਨੂੰ ਕਹੇਗਾ ਵੀ ਤੁਸੀਂ ਆ ਜਾਓ ਤੁਹਾਡੀ ਮੈਲ ਮੈਂ ਉਤਾਰ ਦਾਂ? ਨਹੀਂ, ਸਾਨੂੰ ਆਪਣਾ ਆਪਾ ਸਬਰ ਕੇ ਸਵਾਰ ਕੇ ਲਿਜਾਣਾ ਪੈਣਾ, ਤਾਂ ਸਾਡੀ ਮਾਲਕ ਦੇ ਘਰ 'ਚ ਕਦਰ ਪੈਣੀ। ਨਹੀਂ ਤੇ ਉਹਨੇ ਖੋਟੇ ਸੱਟੀਆਂ ਬਾਰ-ਬਾਰ ਸੁੱਟ ਦੇਣਾ ਚੁੱਕ ਕੇ ਬਾਹਰ, ਫਿਰ ਪੈਣਾ ਲੰਮਾ ਗੇੜ, ਕਈ ਜਨਮ ਪਏ ਕੀਟ ਪਤੰਗਾ, ਫਿਰ ਚੱਲਣਾ ਇਹ ਚੱਕਰ। ਇਹ ਤੇ ਆਮ ਗੱਲਾਂ ਨੇ। ਜੇ ਤੁਸੀਂ ਫਾਰਮ ਲੈ ਕੇ ਜਾਂਦੇ ਹੋ ਤੁਹਾਨੂੰ ਖੁਦ ਫੀਲ ਕਰਨਾ ਪੈਂਦਾ, ਆਪ ਭਰਨਾ ਪੈਂਦਾ, ਫਿਲ ਕਰਕੇ ਫਿਰ ਲੈ ਕੇ ਜਾਂਦੇ ਹੋ, ਸਬਮਿਟ ਕਰਦੇ ਹੋ, ਤਾਂ ਅਗਲਾ ਲੈਂਦਾ, ਸਾਈਨ ਤਾਂ ਕਰਦਾ। ਇਹ ਆਮ ਗੱਲਾਂ ਨੇ। ਪਰ ਰੱਬ ਵਾਰੀ ਅਸੀਂ ਕਹਿੰਦੇ ਆ ਕਿ ਸਾਨੂੰ ਨਾਮ ਨਾ ਜਪਣਾ ਪਵੇ, ਸਿਮਰਨ ਨਾ ਕਰਨਾ ਪਵੇ, ਬੰਦਗੀ ਨਾ ਕਰਨਾ ਪਵੇ। ਗੰਦੇ ਮੰਦੇ ਜਿਵੇਂ ਆ ਏਦਾਂ ਹੀ ਚੱਲ ਜਾਂਗੇ, ਰੱਬ ਦੇ ਘਰ ਪ੍ਰਵਾਨ ਹੋ ਜਾਗੇ। ਨਹੀਂ ਹੋਣਾ, ਨਹੀਂ ਹੋਣਾ। ਸਵਾਰਨਾ ਪੈਣਾ ਆਪਣੇ ਆਪ, ਖੋਟ ਕੱਢਣੀ ਪੈਣੀ ਆਪਣੇ ਆਪ ਵਿੱਚ। ਜਿੰਨਾ ਤੱਕ ਖੋਟ ਨਹੀਂ ਕੱਢੋਗੇ ਉਹਨਾਂ ਤੱਕ ਚੱਲੋਗੇ ਨਹੀਂ, ਉਹਨਾਂ ਤੱਕ ਪ੍ਰਵਾਨ ਨਹੀਂ ਹੋਵੋਗੇ। ਇਸ ਲਈ ਜਿਨ੍ਹਾਂ ਦੀ ਨੀਅਤ ਵਿੱਚ ਖੋਟ ਹੈ, ਜਿਨ੍ਹਾਂ ਦੇ ਹਿਰਦੇ 'ਚ ਖੋਟ ਹੈ, ਜਿਨ੍ਹਾਂ ਦਾ ਅੰਦਰ ਬਾਹਰ ਖੋਟਾ ਹੈ, ਉਹ ਕਿਵੇਂ ਰੱਬ ਦੇ ਘਰ 'ਚ ਪ੍ਰਵਾਨ ਨਹੀਂ ਹੋਣਾ। ਸਭ ਸੱਚੇ ਪਾਤਸ਼ਾਹ ਜੀ ਕਹਿੰਦੇ ਖੋਟਾ ਹੈ ਪੋਤਾ ਨਾ ਪਵੈ, ਖੋਟੇ ਸਰਕਾਰੀ ਖਜ਼ਾਨੇ ਵਿੱਚ ਨਹੀਂ ਪੈਂਦੇ। ਤਨ ਹਰ ਗੁਰ ਦਰਸ਼ਨਾ ਕੋਏ, ਉਹਨਾਂ ਨੂੰ ਹਰੀ ਪ੍ਰਮਾਤਮਾ ਅਕਾਲ ਪੁਰਖ ਕਰਤੇ ਦੇ ਕਦੀ ਦੀਦਾਰ ਨਹੀਂ ਹੁੰਦੇ। ਖੋਟੇ ਜਾਤ ਨਾ ਪਾਤਕ ਹੈ, ਖੋਟ ਨਾ ਸੀਜਸ ਕੋਏ। ਕਹਿੰਦੇ ਖੋਟੇ ਬੰਦੇ ਦੀ ਕਾਦੀ ਜਾਤ, ਕਾਦੀ ਇੱਜ਼ਤ। ਖੋਟੇ ਬੰਦੇ ਦੀ ਜਾਤ ਭਾਵੇਂ ਉੱਚੀ ਕਿਉਂ ਨਾ ਹੋਵੇ, ਪਰ ਜੇ ਅਗਲੇ ਨੂੰ ਲਾਹਣਤਾਂ ਪੈਂਦੀਆਂ ਨੇ, ਜਾਤ ਤੇ ਬਹੁਤ ਉੱਚੀ ਹੈ। ਇਹ ਕਹਿ ਲਓ ਨਾ, ਬੰਦਾ ਕਹਿੰਦਾ ਮੇਰੀ ਫਲਾਣੀ ਜਾਤ ਹੈ, ਮੇਰੀ ਬੜੀ ਉੱਚੀ ਜਾਤ ਹੈ, ਕਾਸਟ ਉੱਚੀ ਹੈ, ਪਰ ਅਗਲੇ ਲੋਕਾਂ ਨੂੰ ਪਤਾ ਵੀ ਇਹ ਬੰਦਾ ਚੋਰ ਹੈ, ਇਹ ਬੰਦਾ ਝੂਠਾ ਹੈ, ਇਹ ਬੰਦਾ ਡਕੈਤ ਹੈ, ਇਹ ਬੰਦਾ ਹਰਾਮਖੋਰੀ ਨਾਲ ਪੈਸਾ ਕਮਾਉਂਦਾ ਹੈ, 2 ਨੰਬਰ ਦਾ ਪੈਸਾ ਹੈ। ਪਿੰਡ ਦੇ ਲੋਕੀ ਲਾਹਣਤਾਂ ਪਾਉਂਦੇ ਉਸ ਬੰਦੇ, ਪਾਉਂਦੇ ਆ ਨਾ। ਫਿਰ ਜਾਤ ਕਿਵੇਂ ਉੱਚੀ ਹੋ ਗਈ? ਜਾਤ ਤੇ ਉਹਦੀ ਉੱਚੀ ਹੈ ਜਿਹਦੀ ਇੱਜ਼ਤ ਢੱਕੀ ਹੋਈ ਹੈ। ਸਤਿਗੁਰੂ ਜੀ ਦੋਵੇਂ ਸ਼ਬਦ ਵਰਤਦੇ ਇੱਥੇ। ਸਭ ਕਹਿੰਦੇ ਖੋਟੇ ਜਾਤ ਨਾ ਪਤ ਹੈ, ਖੋਟੇ ਦੀ ਨਾ ਕੋਈ ਜਾਤ ਹੈ ਤੇ ਨਾ ਕੋਈ ਇੱਜ਼ਤ ਹੈ। ਜਾਤ ਉਹਦੀ ਤਾਂ ਨਹੀਂ ਉੱਚੀ, ਕਿਉਂ? ਕਿਉਂਕਿ ਲੋਕੀ ਲਾਹਣਤਾਂ ਪਾਉਂਦੇ ਭਾਵੇਂ ਉੱਚੀ ਜਾਤ ਦਾ ਕਿਉਂ ਨਾ ਹੋਵੇ। ਜਿਹਦੀ ਇੱਜ਼ਤ ਨਹੀਂ ਢੱਕੀ ਹੋਈ ਉਹਦੀ ਜਾਤ ਕਾਦੀ? ਉਹਦੀ ਉੱਚੀ ਜਾਤ ਵੀ ਕੀ ਕਰੇਗੀ? ਅਗਲਾ ਕਹਿ ਦਿੰਦਾ ਨਾ ਵੀ ਤੇਰੇ ਨਾਲੋਂ ਤੇ ਨੀਵਾਂ ਬੰਦਾ ਚੰਗਾ, ਫਲਾਣੀ ਜਾਤ ਦਾ ਚੰਗਾ ਹੈ, ਜਿਹੜਾ ਨਾਲੀਆਂ 'ਚ
ਝਾੜੂ ਮਾਰਦਾ ਤੇਰੇ ਨਾਲ ਤੇ ਫਿਰ ਉਹ ਚੰਗੇ ਆ, ਤੇਰੀ ਏਡੀ ਉੱਚੀ ਜਾਤ, ਤੇਰੀ ਏਡੀ ਗੰਦੀ ਸੋਚ। ਇਸ ਲਈ ਜਾਤਾਂ ਪਾਤਾਂ 'ਚ ਫਸੇ ਕੋਈ ਲੋਕ, ਪਰ ਸਤਿਗੁਰੂ ਜੀ ਕਹਿੰਦੇ ਕਾਹਦੀ ਜਾਤ ਜਿਹਦੇ ਅੰਦਰ ਖੋਟ ਹੈ। ਖੋਟੇ ਜਾਤ ਨਾ ਪਾਤਕ ਹੈ, ਖੋਟ ਨਾ ਸੀ ਜਿਸ ਕੋਇ। ਕਹਿੰਦੇ ਖੋਟੇ ਬੰਦੇ ਦੇ ਕੋਲ ਵੀ ਕੋਈ ਨਹੀਂ ਪੈਂਦਾ ਤੇ ਰੱਬ ਵੀ ਫਿਰ ਉਹਨੂੰ ਆਪਣੇ ਘਰ 'ਚ ਜਗ੍ਹਾ ਨਹੀਂ ਦਿੰਦਾ। ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ। ਕਹਿੰਦੇ ਖੋਟਾ ਬੰਦਾ ਜ਼ਿੰਦਗੀ ਦੇ ਅੰਦਰ ਖੋਟ ਹੀ ਕਮਾਉਂਦਾ ਰਹਿੰਦਾ, ਖੋਟ ਹੀ ਕਮਾਉਂਦਾ ਰਹਿੰਦਾ। ਆਏ ਗਿਆ ਪਤ ਖੋਏ, ਜੰਮਦਾ ਮਰਦਾ ਆਪਣੀ ਇੱਜ਼ਤ ਗਵਾਉਂਦਾ, ਇੱਜ਼ਤ ਗਵਾ ਕੇ ਜਾਂਦਾ ਤੇ ਰੱਬ ਦੇ ਘਰ 'ਚ ਵੀ ਇੱਜ਼ਤ ਨਹੀਂ ਮਿਲਦੀ। ਜਿਹਦੀ ਇੱਜ਼ਤ ਨਾ ਹੋਵੇ ਉਹਨੂੰ ਕਿਤੇ ਇੱਜ਼ਤ ਨਹੀਂ ਮਿਲਦੀ, ਜਿਹਦੀ ਘਰ 'ਚ ਇੱਜ਼ਤ ਨਹੀਂ ਉਹਦੀ ਬਾਹਰ ਵੀ ਇੱਜ਼ਤ ਨਹੀਂ। ਯਾਦ ਰੱਖੀ। ਵੇਖੋ ਨਾ, ਕਈ ਐਸੇ ਬੰਦੇ ਆ ਜਿਨ੍ਹਾਂ ਨੂੰ ਘਰ ਤੋਂ ਅਗਲਾ ਚੁੱਕ ਕੇ ਬਾਹਰ ਸੁੱਟ ਦਿੰਦਾ, ਜਾਂ ਭਾਜਾ ਇੱਥੇ ਕੋਈ ਰੋਟੀ ਨਹੀਂ। ਇਹਦਾ ਮਤਲਬ ਉਹਦੀ ਘਰ 'ਚ ਇੱਜ਼ਤ ਨਹੀਂ। ਬਾਹਰ ਕੌਣ ਰਿਸਪੈਕਟ ਦੇਵੇਗਾ? ਅਗਲਾ ਪਤਾ ਕੀ ਸੋਚਦਾ। ਸੱਚ ਹੈ, ਇੱਥੇ ਕਈ ਵਾਰੀ ਕਈ ਬੰਦੇ ਹੁੰਦੇ ਆ, ਇੱਕ ਬਜ਼ੁਰਗ ਆਉਂਦਾ, ਅਗਲਾ ਸੋਚਦਾ ਇਹਦੇ ਬੰਦੇ ਵਿੱਚ ਕੋਈ ਖੋਟ ਹੋਵੇਗੀ, ਜਿਹਨੂੰ ਅਗਲਿਆਂ ਨੇ ਘਰਦਿਆਂ ਨੇ ਘਰ ਨਹੀਂ ਰੱਖਿਆ, ਇਹਦੇ 'ਚ ਕੋਈ ਖੋਟ ਹੋਵੇਗੀ। ਇਹੀ ਸੋਚਦੇ ਆ ਨਾ। ਜਦੋਂ ਅਗਲਿਆਂ ਘਰ ਦੇ ਨੂੰ ਰੋਟੀ ਨਹੀਂ ਦਿੰਦੇ, ਘਰ ਦੇ ਨੂੰ ਸੰਭਾਲਦੇ ਨਹੀਂ, ਇਹਦੇ 'ਚ ਕੋਈ ਖੋਟ ਨਾ ਹੋਵੇ। ਬਾਹਰ ਦੇ ਉਹਨੂੰ ਰਿਸਪੈਕਟ ਕਿੱਥੋਂ ਦੇਣ? ਜਿਹਨੂੰ ਘਰ ਦੇ ਰਿਸਪੈਕਟ ਨਹੀਂ ਦਿੰਦੇ, ਉਹਨੂੰ ਬਾਹਰ ਦੇ ਵੀ ਰਿਸਪੈਕਟ ਨਹੀਂ, ਇੱਜ਼ਤ ਨਹੀਂ ਦਿੰਦੇ। ਜਿਹਦੀ ਘਰ ਵਿੱਚ ਇੱਜ਼ਤ ਆ ਉਹਦੀ ਬਾਹਰ ਵੀ ਇੱਜ਼ਤ ਹੈ। ਜਿਹਨੂੰ ਘਰ ਗਾਲਾਂ ਪੈਂਦੀਆਂ ਉਹ ਬਾਹਰ ਜਾ ਕੇ ਕੜਮ ਚੌਧਰੀ ਬਣਿਆ ਫਿਰੇ, ਮੇਰੇ ਵਰਗਾ ਤੇ ਹੈ ਕੋਈ ਨਹੀਂ। ਤੇ ਅਗਲਾ ਫਿਰ ਕਹਿੰਦਾ ਓਏ ਜਾ ਕੰਮ ਕਰ ਆਪਣਾ, ਘਰ ਤੇ ਤੈਨੂੰ ਕੋਈ ਪੁੱਛਦਾ ਨਹੀਂ, ਜੋਤੀ ਤੇ ਨਹੀਂ ਜਾਣਦਾ, ਤੇ ਬਾਹਰ ਆ ਕੇ ਤੂੰ ਰੋਹ ਮਾਰਦਾ ਫਿਰਦਾ, ਕਿਉਂਕਿ ਅਗਲੇ ਨੂੰ ਉਹਦੇ ਘਰ ਦੀ ਗੱਲ ਦਾ ਪਤਾ ਹੁੰਦਾ। ਅਗਲਾ ਬੋਲਣ ਨਹੀਂ ਦਿੰਦਾ ਚਾਰ ਬੰਦਿਆਂ 'ਚ। ਇਸ ਲਈ ਜਿਨ੍ਹਾਂ ਦੇ ਅੰਦਰ ਖੋਟ ਹੈ, ਸਭ ਕਹਿੰਦੇ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ। ਆਉਂਦੇ ਜਾਂਦੇ ਨੇ ਪਰ ਇੱਜ਼ਤ ਗਵਾ ਕੇ। ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ। ਹੇ ਨਾਨਕ, ਆਪਣੇ ਮਨ ਨੂੰ ਸਮਝਾਈਏ। ਕਰਤਾਰ ਦੀ ਸਿਫਤ ਤੋਂ ਸਲਾਹ ਕਰਕੇ ਆਪਣਾ ਮਨ ਸਮਝ ਸਕਦਾ ਹੈ। ਜੇ ਅਸੀਂ ਮਾਲਕ ਦੀ ਸਿਫਤ ਤੋਂ ਸਲਾਹ ਕਰੀਏ ਤੇ ਤਾਂ ਸਾਡਾ ਇਹ ਪਾਗਲ ਮਨ, ਇਹ ਅਵੈੜਾ ਮਨ, ਇਹ ਮੂਰਖ ਮਨ ਸਮਝ ਸਕਦਾ ਹੈ। ਜੇ ਅਸੀਂ ਕਰਤਾਰ ਦੀ ਸਿਫਤ ਤੋਂ ਸਲਾਹ ਕਰਨੀ ਸ਼ੁਰੂ ਕਰ ਦਈਏ। ਰਾਮ ਨਾਮ ਰੰਗ ਰਤਿਆ ਭਾਰ ਨਾ ਪਰਮ ਤਿਨਾ। ਕਹਿੰਦੇ ਜਿਹੜੇ ਰਾਮ ਦੇ ਨਾਮ ਵਿੱਚ ਰਤੇ ਗਏ, ਰੰਗ ਵਿੱਚ ਰਤੇ ਗਏ, ਭਾਰ ਨਾ ਭਰਮ ਤਿਨਾ, ਉਹਨਾਂ ਉੱਪਰ ਕੋਈ ਭਾਰ ਨਹੀਂ, ਉਹਨਾਂ ਨੂੰ ਕੋਈ ਭਰਮ ਨਹੀਂ ਹੈ। ਉਹ ਵਹਿਮ ਭਰਮ ਤੇ ਸੰਸਾਰ ਦੇ ਇਸ ਝੂਠ ਫਰੇਬ ਦੇ ਭਾਰ ਤੋਂ ਬਚ ਜਾਂਦੇ ਆ। ਹਰ ਜਪ ਲਾਗਾ ਅਗਲਾ ਨਿਰਭਉ ਕਰ ਮਨ ਮਾਹ। ਸਤਿਗੁਰੂ ਜੀ ਕਹਿੰਦੇ ਹਰ ਜਪ ਲਾਹਾ ਅਗਲਾ, ਹਰੀ ਦਾ ਨਾਮ ਜਪ, ਇਹਦਾ ਲਾਭ, ਇਹਦਾ ਲਾਹਾ ਤੈਨੂੰ ਅੱਗੇ ਜਾ ਕੇ ਪ੍ਰਾਪਤ ਹੋਵੇਗਾ, ਅੱਗੇ ਜਾ ਕੇ ਮਿਲੇਗਾ। ਨਿਰਭਉ ਹਰ ਮਨ ਮਾਹ। ਨਿਰਭਉ ਮਤਲਬ ਡਰ ਰਹਿਤ। ਜਿਹੜਾ ਪਰਿਪੂਰਨ ਪ੍ਰਮਾਤਮਾ ਹੈ ਉਹ ਡਰ ਰਹਿਤ, ਤੇ ਇਸ ਲਈ ਨਿਰਭਉ ਜਪਾ ਸਗਲ ਭਉ ਮਿਟਾ। ਜਿਹੜੇ ਡਰ ਰਹਿਤ ਨੂੰ ਜਪਦੇ, ਉਹਦਾ ਭਰਮ, ਉਹਦਾ ਭਾਉ, ਉਹਦਾ ਡਰ ਖਤਮ ਹੋ ਜਾਂਦਾ। ਹਰ ਮਨ ਮਾਹ, ਉਹਦੇ ਹਿਰਦੇ ਵਿੱਚ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਕਰਤਾ ਵਸ ਜਾਂਦਾ ਹੈ। ਬੇਅੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ। ਆਪ ਗੁਰੂ ਰੂਪ ਸੰਗਤ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਜੋਗ ਬਖਸ਼ ਲੈਣਾ। ਅਖੀਰ ਫਤਿਹ ਦੀ